प्यारे किसान वीरों ते भैणों, खेती विच तकनीकां दा दौर चलदा पिया, चलदा रहना है ते चलदा रहेगा ते साडी खेती जिहड़ी है तरक्की च होएगी। और तकनीकां दा दौर तद ही वधिया ढंग नाल तुरदा है जदों किसान ते माहिर आपस इकट्ठे हुंदे हैं। और इसे सोच नूं निभा रहा जिला अंमृतसर खेतीबाड़ी महकमा उपराला कीता है। आए आपां जिला अंमृतसर के जंडियाला गुरु के इलाके च आए हैं, पलवंडे तलवंडी डोगरा। इस इलाके च खेती की नवीं नुहार बदलने का उपराला भी महकमा ज़रायत ने किया है। राजमा की खेती का उपराला किया गया, किसानों ने किया है, और नाल ज़रायत महकमा भी जुड़िया है, नाल यूनीवर्सिटी भी जुड़ी है, और नाल दे नाल वख-वख खेती के उपराले हो रहे हैं। और इसे सोच नाल असीं इत्थे आए हैं। साडी सोच इहो ही है कि जो तकनीकी ज्ञान इत्थे वंडिया जाण डिया है, इस माध्यम राਹੀਂ तुहानूं भी दईए ताकि तुसीं भी घर बैठे तकनीकां तो जाणू हो सको ते अपनी खेती नूं नवीं दिशा दे सको। ਜਿਹੜੇ ਮਾਹਿਰ ਇੱਥੇ ਬੈਠੇ ਨੇ, ਖੜੇ ਨੇ ਮੇਰੇ ਨਾਲ, ਖੇਤਾਂ 'ਚ ਆਪਾਂ ਖੜੇ ਆ। ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਖੇਤੀਬਾੜੀ ਅਫਸਰ ਨੇ ਡਾਕਟਰ ਬਲਵਿੰਦਰ ਸਿੰਘ ਸ਼ੀਨਾ ਜੀ, ਖੇਤੀਬਾੜੀ ਮਹਿਕਮੇ ਦੇ ਨਾਲ ਨਾਲ ਬਾਗਬਾਨੀ ਵਿਭਾਗ ਹੈ ਡਾਕਟਰ ਬਾਜ ਸਿੰਘ ਜੀ ਨੇ, ਡਿਪਟੀ ਡਾਇਰੈਕਟਰ ਬਾਗਬਾਨੀ ਜ਼ਿਲ੍ਹਾ ਅੰਮ੍ਰਿਤਸਰ। ਇਸ ਤਰ੍ਹਾਂ ਪਰਮਜੀਤ ਸਿੰਘ ਜੀ ਨੇ, ਯੂਨੀਵਰਸਿਟੀ ਦੇ ਉੱਚ ਕੋਟੀ ਦੇ ਸਾਇੰਸਦਾਨ ਨੇ, ਜ਼ਿਲ੍ਹਾ ਅੰਮ੍ਰਿਤਸਰ 'ਚ ਕੰਮ ਕਰਨ ਦੇ ਨੇ, ਇੰਚਾਰਜ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤੀ ਪ੍ਰਸਾਰ ਦੀਆਂ ਸੇਵਾਵਾਂ ਦੇ। ਇਸੇ ਤਰ੍ਹਾਂ ਇਸ ਇਲਾਕੇ ਦੇ ਬਲਾਕ ਖੇਤੀਬਾੜੀ ਅਫਸਰ ਨੇ ਪ੍ਰਿਤਪਾਲ ਸਿੰਘ ਜੀ, ਤੇ ਨਾਲ ਹੋਰ ਵੀ ਡਾਕਟਰ ਗੁਰਦੀਪ ਸਿੰਘ ਜੀ ਵੀ ਨੇ, ਤੇ ਨਾਲ ਨਾਲ ਸਾਡੇ ਕੋਲ ਖੇਤੀਬਾੜੀ ਇੰਜੀਨੀਅਰ ਦੇ ਵੀ ਮਾਹਿਰ ਸਾਡੇ ਕੋਲ ਮੌਜੂਦ ਨੇ। ਇਹ ਨੇ ਇੰਜੀਨੀਅਰ ਰੰਧਾਵਾ ਜੀ। ਸੋ ਇਹ ਸਾਰੇ ਮਾਹਿਰ ਨੇ ਤੇ ਕਿਸਾਨ ਵੀ ਨੇ। ਗੱਲਾਂ ਬਾਤਾਂ ਆਪਾਂ ਕਰਾਂਗੇ, ਤਕਨੀਕੀ ਗਿਆਨ ਲੈਣ ਦੀ ਕੋਸ਼ਿਸ਼ ਕਰਾਂਗੇ, ਤੇ ਉੱਗੇ ਕਿਸਾਨ ਵੀ ਇੱਥੇ ਹੈਗੇ ਨੇ ਜਿਨ੍ਹਾਂ ਨੇ ਰਾਜਮਾ ਦੀ ਖੇਤੀ ਵੀ ਕੀਤੀ ਹੈ, ਉਹਨਾਂ ਨਾਲ ਵੀ ਆਪਾਂ ਗੱਲਾਂ ਕਰਾਂਗੇ। ਸ਼ੀਨਾ ਸਾਹਿਬ, ਗੱਲ ਹੈ ਕਿ ਇਹ ਜਿਹੜਾ ਤਕਨੀਕੀ ਦੌਰ ਹੈ ਇਹ ਚੱਲਦਾ ਰਹਿਣਾ ਚਾਹੀਦਾ ਹੈ। ਨਵੀਆਂ ਸਿਫਾਰਸ਼ਾਂ ਆਉਂਦੀਆਂ, ਨਵੀਆਂ ਗੱਲਾਂ ਸਾਹਮਣੇ ਆਉਂਦੀਆਂ, ਕਈ ਕਿਸਾਨ ਵੀ ਨਵੀਆਂ ਤਕਨੀਕਾਂ ਨੂੰ ਲਾਗੂ ਕਰਦੇ ਨੇ, ਤੇ ਉਹਨਾਂ ਨਵੀਆਂ ਤਕਨੀਕਾਂ ਨੂੰ ਲੈ ਕੇ ਅਸੀਂ ਫਿਰ ਦੂਜੇ ਕਿਸਾਨਾਂ ਤੱਕ ਵੀ ਜਾਂਦੇ ਹਾਂ। ਇਹ ਦੇਖੋ ਬੜਾ ਤਗੜਾ ਉਪਰਾਲਾ ਹੈ ਕਿ ਜਿਹੜਾ ਸਾਇੰਸਦਾਨ ਨੂੰ, ਕਿਸਾਨਾਂ ਨੂੰ ਤੇ ਖੇਤੀ ਪ੍ਰਸਾਰ ਮਾਹਿਰ ਨੂੰ ਆਪਸ 'ਚ ਜੋੜਦਾ ਹੈ। ਕੀ ਕਹਿਣਾ ਚਾਹੋਗੇ? ਇਹ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਜੇ ਕਿਸਾਨ ਤੇ ਖੇਤੀ ਮਾਹਰ ਜੁਆਇੰਟਲੀ ਚੱਲਦੇ ਆ ਤੇ ਜ਼ਰੂਰ ਜਿਹੜਾ ਕੋਈ ਨਵੀਂ ਤੋਂ ਨਵੀਂ ਤਕਨੀਕ, ਨਵੀਂ ਤੋਂ ਨਵੀਂ ਜਿਹੜਾ ਆਪਣਾ ਸਾਨੂੰ ਕੋਈ ਉਪਰਾਲਾ ਫਾਇਦੇਮੰਦ ਹੁੰਦਾ। ਤੇ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਨਵੀਂ ਤਕਨੀਕ ਅਪਣਾ ਕੇ ਜਿਹੜੇ ਕਿਸਾਨ ਵੀਰ ਨੇ ਜਿੱਥੇ ਆਪਣਾ ਖੇਤੀ ਖਰਚਾ ਜਿਹੜਾ ਉਹ ਘਟਾ ਸਕਦੇ ਆ ਤੇ ਆਪਣੀ ਆਮਦਨ 'ਚ ਵੀ ਵਾਧਾ ਕਰਦੇ ਆ। ਬਿਲਕੁਲ ਜੀ, ਇਹ ਜਿਹੜੀ ਕੜੀ ਤਾਦੀ ਮਜ਼ਬੂਤ ਹੁੰਦੀ ਹੈ ਜੇਕਰ ਅਸੀਂ ਵੀ ਮਹਿਕਮੇ ਨਾਲ ਔਰ ਯੂਨੀਵਰਸਿਟੀ ਦੇ ਨਾਲ ਜੁੜਾਂਗੇ ਤੇ ਉਹਨਾਂ ਕੋਲ ਜਾਣਕਾਰੀਆਂ ਹਾਸਲ ਕਰਦੇ ਰਹਾਂਗੇ। ਇਸੇ ਸੋਚ ਨੂੰ ਲੈ ਕੇ ਇੱਥੇ ਸਾਰੇ ਕਿਸਾਨ ਵੀ ਇਕੱਠੇ ਹੋਏ ਨੇ। ਮੇਰੇ ਨਾਲ ਕਿਸਾਨ ਨੇ ਜਿਨ੍ਹਾਂ ਨੇ ਰਾਜਮਾ ਦੀ ਖੇਤੀ ਨੂੰ शुरुआत की, और इस इलाके च होर भी बड़े किसान जुड़े ने। रंधावा साहब भी ने, वो भी काफ़ी लंबे समय तो इस राजमा की खेती 2-3 साल तो करते पे ने, इन्होंने भी की है। तुहाडा शुभ नाम की है ते इस पिंड च तुसीं किन्ने एकड़ तो शुरू किया है राजमा की खेती जेकर गल करिए ते? मैं देशपाल सिंह तलवंडी डोगरा बोल रहा। मैं 4 किले तो शुरू किया, पहली दफ़ा लाया राजमा। बाकी पैली चंगी तरह तैयार करके ते इहदे नाल इह सी जिहड़े असीं अपना आलूआं दी बी वाले आलू जिहड़े आ ਉਹ ਪੁੱਟਦੇ ਹਾਂ ਤਾਂ ਲੇਟ ਕਣਕ ਨਹੀਂ ਹੋ ਸਕਦੀ। ਇਸ ਕਰਕੇ ਅਸੀਂ ਰਾਜਮਾ ਲਾਏ ਆ, ਇਹਦੇ ਬਹੁਤ ਫਾਇਦੇਮੰਦ ਆ। ਅਤੇ ਇਹਦੇ ਵਾਸਤੇ ਇਹਨਾਂ ਨੇ ਸ਼ੀਨਾ ਸਾਹਿਬ ਵੀ ਸਾਨੂੰ ਬਹੁਤ ਸਾਥ ਦਿੱਤਾ, ਖੇਤੀਬਾੜੀ ਮਹਿਕਮੇ ਨੇ, ਅਤੇ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਕਾਮਯਾਬ ਕੀਤੀ ਹੈ, ਫਸਲ ਬਹੁਤ ਵਧੀਆ ਹੋਈ ਆ। ਹਾਂਜੀ, ਸੋ ਗੱਲ ਹੈ ਕਿ ਫਸਲ ਦੀ ਸ਼ੁਰੂਆਤ ਭਾਵੇਂ ਸ਼ੁਰੂਆਤੀ ਦੌਰ 'ਚ ਹੈਗੀ ਏ, ਅਜੇ ਤਕਨੀਕਾਂ ਆਉਣੀਆਂ ਹੈ, ਅਜੇ ਯੂਨੀਵਰਸਿਟੀ ਨੇ ਇਹਦੇ 'ਚ ਤਕਨੀਕਾਂ ਨੂੰ ਸਥਾਪਿਤ ਕਰਨਾ ਹੈ ਤੇ ਫਿਰ ਇਹ ਫਸਲ ਕਾਮਯਾਬੀ ਦੀ ਬੁਲੰਦੀਆਂ ਛੂਹੇਗੀ। ਫਿਲਹਾਲ ਸ਼ੁਰੂਆਤ ਹੈ, ਸ਼ੁਰੂਆਤੀ ਦੌਰ 'ਤੇ ਜਿਹੜੀ ਜਾਣਕਾਰੀ ਆਪਾਂ ਨੂੰ ਚਾਹੀਦੀ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ। ਇਸ ਇਲਾਕੇ ਦੇ ਬਲਾਕ ਖੇਤੀਬਾੜੀ ਅਫਸਰ ਨੇ ਡਾਕਟਰ ਪ੍ਰਿਤਪਾਲ ਸਿੰਘ ਜੀ। ਡਾਕਟਰ ਸਾਹਿਬ, ਕਿੰਨੇ ਕੁ ਕਿਸਾਨ ਇਸ ਸੋਚ ਨਾਲ ਜੁੜੇ ਨੇ ਜਿਹੜੇ ਕਿ ਰਾਜਮਾ ਦੀ ਖੇਤੀ ਕਰਦੇ ਨੇ ਤੁਹਾਡੇ ਬਲਾਕ ਦੇ ਵਿੱਚ? ਇਸ ਇਲਾਕੇ ਵਿੱਚ ਲਗਭਗ 15 ਤੋਂ 20 ਕਿਸਾਨ ਜਿਹੜੇ ਇਸ ਕੰਮ 'ਚ ਆ ਚੁੱਕੇ ਨੇ, ਤੇ ਆਸ ਹੈ ਵੀ ਇਹ ਵੱਧ ਤੋਂ ਵੱਧ ਮਤਲਬ 30-35 ਕਿਸਾਨ ਹੋਣਗੇ ਤੇ ਰਕਬਾ ਜਿਹੜਾ 150-200 ਏਕੜ ਤੱਕ ਚਲਾ ਜਾਏਗਾ। ਤੇ ਮੈਨੂੰ ਖੁਸ਼ੀ ਆ ਵੀ ਇਸ ਇਲਾਕੇ 'ਚ ਜਿਹੜੀ ਤਕਨੀਕ ਆਈ ਆ ਜਿਹਦੇ ਨਾਲ ਕਿਸਾਨਾਂ ਦੀ ਜਿਹੜੀ ਇਨਕਮ ਵਧੂਗੀ। ਤੇ ਬਿਲਕੁਲ ਜੀ, ਬਿਲਕੁਲ ਦਰਅਸਲ ਗੱਲ ਇਹ ਹੈ ਕਿ ਇਹ ਇਨਕਮ ਕਿਸ ਢੰਗ ਨਾਲ ਵੱਧਦੀ ਹੈ ਤੇ ਸਮਾਂ ਦੱਸੂਗਾ, ਕਿਉਂਕਿ ਨਵੀਂ ਚੀਜ਼ ਹੈਗੀ ਏ, ਨਵੀਂ ਚੀਜ਼ ਨੂੰ ਆਪਾਂ ਸਥਾਪਿਤ ਕਰਨਾ ਹੈ ਤੇ ਇਹਦੇ ਵਾਸਤੇ ਸੋਚ ਔਰ ਹੌਲੀ ਹੌਲੀ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿਸਾਨ ਵੀਰ ਦੇਸ਼ਪਾਲ ਜੀ ਨੇ ਕਿ ਇਹ ਨਵੀਂ ਚੀਜ਼ ਹੈ ਔਰ ਨਵੀਂ ਚੀਜ਼ ਨੂੰ ਸਥਾਪਿਤ ਕਰਨ ਨੂੰ ਭਾਵੇਂ ਸਮਾਂ ਲੱਗੇਗਾ, ਲੇਕਿਨ ਸ਼ੁਰੂਆਤੀ ਦੌਰ 'ਚ ਚੰਗਾ ਰੁਝਾਨ ਨਜ਼ਰ ਆਉਣ ਡਿਆ। ਸ਼ੀਨਾ ਸਾਹਿਬ, ਦੇਖੋ ਹੁਣ ਤੁਹਾਡੇ ਜ਼ਿਲ੍ਹੇ ਦੇ ਵਿੱਚ
ਕਾਫੀ ਵਧੀਆ ਡਾਈਵਰਸੀਫਿਕੇਸ਼ਨ ਦਾ ਥੱਲੇ ਰਕਬਾ ਵੀ ਹੈਗਾ ਹੈ। ਆਪਾਂ ਜੇ ਕਣਕ ਦੀ ਗੱਲ ਕਰੀਏ, ਕਣਕ ਔਰ ਸਰੋਂ ਕਾਫੀ ਤੁਸੀਂ ਆਪਣੇ ਇਲਾਕੇ 'ਚ ਬਜਾਉਂਦੇ ਰਹੇ ਹੋ ਔਰ ਚੰਗੀ ਹਾਲਤ 'ਚ ਹੈਗੀ ਹੈ। ਇਸ ਵਕਤ ਕਣਕ ਦੀ ਸਿਚੁਏਸ਼ਨ ਕੀ ਹੈਗੀ ਹੈ? ਕਣਕ ਦੀ ਜਿਹੜਾ ਕ੍ਰੌਪ ਸਟੈਂਡ ਆ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਵਧੀਆ ਵਾ। ਕੁਛ ਚਗਾਵਾਂ ਤੇ ਜਨਾਲਾ ਬਲਾਕ ਦੇ ਵਿੱਚ ਕੁਛ ਪਿੰਡਾਂ ਦੇ ਵਿੱਚ ਸਾਡੇ ਜਿਹੜਾ ਯੈਲੋ ਰਸਟ ਜਿਹੜੀ ਆ ਉਹ ਡਿਟੈਕਟ ਹੋਈ ਆ, ਤੇ ਉਹਦੀ ਅਸੀਂ ਸਪਰੇਅ ਵੀ ਜਿਹੜੀ ਆ ਟਾਈਮਲੀ ਸਾਡੇ ਸਟਾਫ ਨੇ ਆਪਣੀ ਹਾਜ਼ਰੀ ਵਿੱਚ ਕਰਵਾ ਦਿੱਤੀ ਆ, ਤੇ ਉਹਦਾ ਹੁਣ ਅੰਡਰ ਕੰਟਰੋਲ ਹੈ। ਤੇ ਜਿਹੜਾ ਵੀ ਸਾਡੇ ਸਟਾਫ ਜਿਹੜਾ ਜ਼ਿਲ੍ਹੇ ਦੇ ਵਿੱਚ ਰੈਗੂਲਰ ਮੋਨੀਟਰਿੰਗ ਕਰ ਰਿਹਾ ਵਾ, ਤੇ ਜ਼ਿਮੀਂਦਾਰਾਂ ਨੂੰ ਜਿਹੜਾ ਇਹਦੇ ਬਾਰੇ ਤਕਨੀਕੀ ਜਾਣਕਾਰੀ ਦੇ ਰਿਹਾ ਵਾ। ਸੋ ਇਸ ਵਕਤ ਤੁਹਾਡੇ ਜ਼ਿਲ੍ਹੇ 'ਚ ਕਣਕ ਦੀ ਸਥਿਤੀ ਜਿਹੜੀ ਹੈ ਵਧੀ ਚੰਗੀ ਹੈਗੀ ਹੈ। ਹੁਣ ਜੇ ਆਪਾਂ ਬਾਗਬਾਨੀ ਦੀ ਗੱਲ ਕਰੀਏ, ਡਾਕਟਰ ਬਾਜ ਸਿੰਘ ਵੀ ਇੱਥੇ ਹੈਗੇ ਨੇ। ਡਾਕਟਰ ਸਾਹਿਬ, ਬਾਗਬਾਨੀ ਦੇ ਜੇ ਗੱਲ ਕਰੀਏ ਤੇ ਤੁਹਾਡਾ ਦੇਖੋ ਕੌਮੀ ਬਾਗਬਾਨੀ ਮਿਸ਼ਨ ਵੀ ਇਸ ਜ਼ਿਲ੍ਹੇ 'ਚ ਚੱਲਦਾ ਹੋਏਗਾ, ਔਰ ਬਾਗਬਾਨੀ ਦੇ ਪੱਖੋਂ ਕਾਫੀ ਸੰਭਾਵਨਾਵਾਂ ਵੀ ਪ੍ਰਗਟ ਕੀਤੀਆਂ ਜਾਣ ਡੀਆਂ ਵੀ ਕਾਫੀ ਸਕੋਪ ਹੈਗਾ ਹੈ, ਹਰ ਜ਼ਿਲ੍ਹੇ 'ਚ ਹੈ। ਤੁਹਾਡੇ ਜ਼ਿਲ੍ਹੇ ਅੰਮ੍ਰਿਤਸਰ ਦੀ ਕੀ ਸਥਿਤੀ ਹੈਗੀ ਹੈ? ਸਾਡੇ ਜੀ ਖੇਤੀਬਾੜੀ ਦੇ ਨਾਲ ਬਾਗਬਾਨੀ ਫਸਲਾਂ ਜਿਹੜੀਆਂ ਉਹਦੇ ਵਿੱਚ 35,000 ਹੈਕਟਰ ਸਾਡਾ ਸਬਜ਼ੀਆਂ ਦਾ ਹੈ। 2201 ਹੈਕਟਰ ਜਿਹੜਾ ਅਸੀਂ ਫਲਦਾਰ ਬੂਟੇ ਵਿੱਚ ਬਾਗ ਲੱਗੇ ਨੇ। ਸਬਜ਼ੀਆਂ ਦੇ ਵਿੱਚ ਅਸੀਂ ਜਿਹੜਾ ਆਹ ਏਰੀਆ ਜੰਡਿਆਲਾ ਬਲਾਕ ਹੈ, ਇਹਦੇ ਵਿੱਚ ਮਟਰ ਤੇ ਆਲੂ ਦੀ ਬਹੁਤ ਜ਼ਿਆਦਾ ਖੇਤੀ ਹੁੰਦੀ ਆ, ਜ਼ਿਆਦਾ ਏਰੀਆ ਇੱਥੇ ਆਉਂਦਾ। ਇਹਦੇ ਨਾਲ ਪੰਜਾਬ ਸਰਕਾਰ ਵੱਲੋਂ ਕੁਝ ਨਾ ਵੈਜੀਟੇਬਲ ਕਲਸਟਰ ਬਣਾਏ ਗਏ ਆ। ਉਹਦੇ ਵਿੱਚ ਇੱਕ ਤੇ ਤਕਨੀਕੀ ਜਾਣਕਾਰੀ ਦੇ ਨਾਲ ਸਰਕਾਰ ਚਾਹੁੰਦੀ ਆ ਵੀ ਉੱਥੇ ਕੋਈ ਕਲਸਟਰ ਡਿਵੈਲਪ ਕਰਕੇ ਤੇ ਮਾਰਕੀਟ ਦਾ ਪ੍ਰਬੰਧ ਕੀਤਾ ਜਾਵੇ, ਤੇ ਨਾਲ ਹੀ ਸਰਕਾਰ ਦੀ ਸਕੀਮ ਹੈ ਜਿਸ ਜ਼ਿਮੀਂਦਾਰ ਕੋਲ 5 ਏਕੜ ਜ਼ਮੀਨ ਆ ਉਹਨੂੰ 2 ਕਨਾਲ ਦਾ ਪੋਲੀਓ ਲਵਾਇਆ ਜਾਵੇ, ਤਾਂ ਕਿ ਉੱਥੋਂ ਜਿਹੜੀ ਪ੍ਰੋਡਿਊਸ ਆ ਉਹ ਇੱਕ ਇਕੱਠੇ ਹੋ ਕੇ ਵੱਡੀ ਮੰਡੀ ਵਿੱਚ ਖੜੀ ਜਾ ਸਕੇ। ਇਹਦੇ ਨਾਲ ਹੀ ਅਸੀਂ ਇੱਕ ਜਿਹੜੀ ਇਸ ਖਿੱਤੇ ਵਿੱਚ ਲੋੜ ਆ, ਉਹਦੇ ਵਿੱਚ ਜਿਹੜੀ ਤਕਨੀਕੀ ਜਾਣਕਾਰੀ ਦੇ ਨਾਲ ਇਸ ਤਰ੍ਹਾਂ ਵੀ ਜਿਹੜੀਆਂ ਸਬਜ਼ੀਆਂ ਬੀਜ ਰਹੇ ਆ, ਉਹਦੇ ਵਿੱਚ ਥੋੜ੍ਹੀ ਕਿਸਾਨ ਸਾਡਾ ਇੱਥੋਂ ਦਾ ਬੜਾ ਜਾਗਰੂਕ ਆ, ਪਰ ਥੋੜ੍ਹੀਆਂ ਉਹ 'ਚ ਗੱਲਾਂ ਕਰਨ ਦੀ ਲੋੜ ਆ, ਜਿਹੜੀਆਂ ਸੁਧਾਰ ਦੀ ਲੋੜ ਆ। ਹੁਣ ਜਿਵੇਂ ਆ ਟਮਾਟਰ ਲਾਉਣ ਦਾ ਸਮਾਂ ਹੁਣ ਚੱਲ ਰਿਹਾ, ਟਮਾਟਰ ਚੰਗਾ ਝਾੜ ਲੈ ਰਿਹਾ ਜ਼ਿਮੀਂਦਾਰ, ਜ਼ਮੀਨਾਂ ਭਾਰੀਆਂ ਨੇ, ਫਰਟਾਈਲ ਸੋਇਲ ਆ, ਚੰਗੀ ਝਾੜ ਦੇ ਰਿਹਾ। ਪਰ ਜੇ ਥੋੜ੍ਹਾ ਜਿਹਾ ਉਹਦੇ ਵਿੱਚ ਹੋਰ ਕੋਈ ਇੰਟਰੋਡਿਊਸ ਕਰ ਲਈਏ, ਇੱਕ ਬੂਸਟਰ ਨੇ ਕਈ ਤਰ੍ਹਾਂ ਦੇ ਆਉਂਦੇ ਆ, ਵਿਪਰ ਬੂਸਟਰ ਆ ਜਿਵੇਂ, ਉਹਦੇ ਵਿੱਚ ਜੇ ਅਸੀਂ ਟਮਾਟਰ ਦੀ ਪਨੀਰ ਲਾਉਣ ਤੋਂ 1 ਹਫ਼ਤਾ ਪਹਿਲਾਂ ਉਹਨੂੰ 1 ml 1 ਲੀਟਰ ਹਿਸਾਬ ਨਾਲ ਸਪਰੇਅ ਕਰ ਦਈਏ, ਤੇ ਉਹਦੇ ਤੋਂ ਪਨੀਰ ਲਾਉਣ ਤੋਂ ਬਾਅਦ 15 ਦਿਨਾਂ ਬਾਅਦ 5 ਸਪਰੇਅ ਕਰ ਦਈਏ, ਤੇ 15 ਤੋਂ 20% ਝਾੜ ਵੱਧ ਜਾਂਦਾ। ਇਹ ਛੋਟਾ ਜਿਹਾ ਕੰਮ ਕਰਨ ਦੇ ਨਾਲ ਸੋ ਤਕਨੀਕੀ ਦੇਖੋ ਨੁਕਤੇ ਬਥੇਰੇ ਹੈਗੇ ਨੇ, ਇੱਥੇ ਕਿਸਾਨ ਵੀ ਹੈਗੇ ਨੇ। ਮੈਂ ਬੇਨਤੀ ਕਰਾਂਗਾ ਕਿ ਜਰੂਰ ਤੁਸੀਂ ਆਪਣੀ ਰਾਏ ਵੀ ਸਾਡੇ ਨਾਲ ਸਾਂਝੀ ਕਰਿਓ, ਆਪਣੇ ਸਵਾਲ ਵੀ ਸਾਡੇ ਮਾਹਿਰਾਂ ਨੂੰ ਪੁੱਛਿਓ, ਤੇ ਮੈਂ ਆਸ ਕਰਾਂਗਾ ਤੁਸੀਂ ਮੈਨੂੰ ਜਰੂਰ ਹੱਥ ਖੜਾ ਕਰਕੇ ਮੈਨੂੰ ਬੁਲਾਓਗੇ ਆਪਣੇ ਕੋਲ, ਤਾਂ ਕਿ ਆਪਾਂ ਹੋਰ ਗੱਲਬਾਤ ਨੂੰ ਅੱਗੇ ਤੋਰੀਏ। ਤੇ ਹੁਣ ਜੇ ਆਪਾਂ ਖੇਤੀ ਮਸ਼ੀਨਰੀ ਦੀ ਗੱਲ ਕਰੀਏ ਤੇ ਇੰਜੀਨੀਅਰ ਰਣਬੀਰ ਸਿੰਘ ਰੰਧਾਵਾ ਜੀ ਇੱਥੇ ਬਿਲਕੁਲ ਖੜੇ ਨੇ ਸਾਖਸ਼ਾਤ। ਰੰਧਾਵਾ ਸਾਹਿਬ, ਮਸ਼ੀਨਾਂ ਦਾ ਦੌਰ ਬੜਾ, ਦੇਖੋ ਆਪਾਂ ਜੇ ਗੱਲ ਕਰੀਏ ਲੇਬਰ ਦੀ ਬੜੀ ਕਮੀ, ਔਰ ਮਸ਼ੀਨਾਂ ਤੁਹਾਡੇ ਮੈਂ ਦੱਸਿਆ ਇਸ ਇਲਾਕੇ 'ਚ ਕਾਫੀ ਲੇਜ਼ਰ ਲੈਵਲਿੰਗ ਹੀ ਕਿਸਾਨ ਬੜੇ ਕਰਦੇ ਪਏ ਹੈ, ਔਰ ਇਹ ਰਾਜਮਾ ਦੀ ਖੇਤੀ ਵੀ ਨਵੀਂ ਮਸ਼ੀਨੀਕਰਨ ਦੇ ਨਾਲ ਤੁਸੀਂ ਕਰਾਉਂਦੇ ਹੋ। ਇਹ ਮਸ਼ੀਨੀਕਰਨ ਦਾ ਕੀ ਸਥਿਤੀ ਹੈਗੀ ਹੈ, ਔਰ ਕਿੱਥੇ ਆਪਾਂ ਇਹਨੂੰ ਹੋਰ ਸਥਾਪਿਤ ਕਰਨ ਦੀ ਜ਼ਰੂਰਤ ਹੈ, ਹੋਰ ਵਧੀਆ ਪ੍ਰਭਾਵਸ਼ਾਲੀ ਤਰੀਕੇ ਨਾਲ ਸਥਾਪਿਤ ਕਰਨ ਦੀ ਜ਼ਰੂਰਤ ਹੈ? ਗੁਲਾਟੀ ਸਾਹਿਬ, ਬਿਲਕੁਲ ਜਦੋਂ ਕੋਈ ਖੇਤੀ ਦੀ ਨਵੀਂ ਕੋਈ ਫਸਲ ਬਾਰੇ ਕੋਈ ਗੱਲ ਵਿਚਾਰ ਹੁੰਦਾ ਵਾ, ਇੰਟਰੋਡਿਊਸ ਹੁੰਦੀ ਆ, ਜਿਹੜਾ ਬੜਾ ਵਧੀਆ ਇਨੋਵੇਟਿਵ ਕੰਮ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਸਾਡੇ ਮੁੱਖ ਖੇਤਰੀ ਅਫਸਰ ਡਾਕਟਰ ਸ਼ੀਨਾ ਸਾਹਿਬ ਦੀ ਅਗਵਾਈ ਹੇਠ ਰਾਜਮਾਂਹ ਦੀ ਫਸਲ ਨੂੰ ਤਜਰਬੇ ਦੇ ਤੌਰ ਤੇ ਜੋ ਇੱਥੇ ਮਾਨਾ ਵਾਲੇ ਸੁਰਿੰਦਰ ਸਿੰਘ ਨੇ ਕੀਤਾ ਸੀਗਾ, ਉਹਨੇ ਆਲੂਆਂ ਦੀ ਖੇਲਾਂ ਦੇ ਉੱਤੇ ਹੀ ਆਪਣਾ ਪਿਛਲੀ ਵਾਰੀ ਇਹਨਾਂ ਹੱਥੀਂ ਮੈਨੂਅਲੀ ਚੋਕ ਕੇ ਜਿਹੜਾ ਸੀਗਾ ਰਾਜਮਾਂਹ ਦੀ ਫਸਲ ਲਗਾਈ ਸੀ। ਤੋ ਸੋ ਜਦੋਂ ਨਵੀਂ ਚੀਜ਼ ਆਉਂਦੀ ਆ, ਉਹਨਾਂ ਨੂੰ ਉਹ 13-14 ਤੋਂ ਲੱਗੇ ਆ। 13-14 ਦੇ ਵਿੱਚ ਉਹਨਾਂ ਨੇ ਕੋਈ ਇੱਕ ਮਰਲਾ, ਉਸ ਤੋਂ ਬਾਅਦ ਉਹਨਾਂ ਨੇ 8 ਕਿੱਲੇ, 4 ਕਿੱਲੇ, 35 ਕਿੱਲੇ, ਹੁਣ ਉਹਨੇ 70 ਏਕੜ ਜਿਹੜਾ ਵਾ ਕੋਈ ਚੰਗਾ ਰਿਜ਼ਲਟ ਵੇਖ ਕੇ ਆਪਣੇ ਆਪ, ਤੇ ਇੱਕ ਸੈਮੀਨਾਰ ਵੀ ਯੂਨੀਵਰਸਿਟੀ ਵੱਲੋਂ ਵਿਭਾਗ ਵੱਲੋਂ ਕੀਤਾ ਗਿਆ ਪਿਛਲੇ ਸਾਲ, ਤੇ ਉਹਦੇ ਵਿੱਚ ਉਹਨਾਂ ਨੂੰ ਕਾਫੀ ਮਤਲਬ ਐਪਰੀਸ਼ੀਏਟ ਕੀਤਾ। ਤੇ ਉਹ ਫਿਰ ਗੱਲ ਸਾਹਮਣੇ ਆਈ ਕਿ ਜੇ ਅਸੀਂ ਹੋਰ ਵੀ ਝਾੜ ਚੰਗਾ ਲੈਣਾ, 8 ਕੁਇੰਟਲ ਦਾ ਝਾੜ ਪਿਛਲੀ ਵਾਰੀ ਉਹਨਾਂ ਨੇ ਜੋ ਰੰਧਾਵਾ ਨੇ ਮਾਨਾਵਾਲ ਤੋਂ ਦੱਸਿਆ ਉਹਨਾਂ ਨੇ, ਸੋ ਉਹ ਜੋ ਝਾੜ ਸੀਗਾ ਜੇ ਆਪਾਂ 10 ਤੋਂ 12 ਕੁਇੰਟਲ ਤੱਕ ਜਾਣਾ, ਤੇ ਅਸੀਂ ਕਿ ਉਹਦੇ ਵਿੱਚ ਕੋਈ ਮਸ਼ੀਨੀਕਰਨ ਵਧੀਆ ਪ੍ਰੋਪਰ ਉਹਦਾ ਪਲਾਂਟਰ ਬਣਾ ਦਿੱਤਾ ਜਾਵੇ। ਪਲਾਂਟਰ ਜਿਹੜਾ ਵਾ ਉਹਨੂੰ 2 ਰੋਜ਼ ਦੇ ਵਿੱਚ ਅਸੀਂ ਜਿਹੜਾ ਬਿਲਕੁਲ 5 ਆਪਣੇ ਇੰਚ ਤੇ ਬੀਜ ਦੀ ਜਿਹੜੀ ਆ ਉਹ ਆਪਣਾ ਪਲਾਂਟ ਕਰਕੇ ਸੋਇੰਗ ਕਰਕੇ, ਤੇ ਉਹਦੀਆਂ ਖੇਲਾਂ ਵਧਾ ਕੇ, ਤੇ ਬੀਜ ਦੀ ਮਕਦਾਰ ਵੀ 1.5 ਗੁਣਾ ਕਰਕੇ, ਜਿਸ ਤਰ੍ਹਾਂ ਕਿ 20-22 ਕਿਲੋ ਬੀਜ ਪਾਇਆ ਸੀਗਾ, ਉਹਦੇ ਵਿੱਚ 28 ਤੋਂ 30 ਕਿਲੋ ਬੀਜ ਅਸੀਂ ਪਾਇਆ ਵਾ, ਤੇ ਉਹਦੇ ਵਿੱਚ ਅਸੀਂ ਚਾਹੁੰਦੇ ਕਿ 10 ਤੋਂ 12 ਕੁਇੰਟਲ ਜਿਹੜਾ ਝਾੜ ਆ ਉਹਦਾ ਵਿੱਚ ਆ। ਜੇ ਮਸ਼ੀਨੀਕਰਨ ਸੁਚੱਜਾ ਹੁੰਦਾ ਵਾ, ਉਹਦੇ ਵਾਸਤੇ ਗ੍ਰੇਡਰ, ਨਾਲੇ ਉਹਦੇ ਵਾਸਤੇ ਥ੍ਰੈਸ਼ਰ ਜਿਹੜਾ ਹੈਗਾ, ਕੋਈ ਮਹਿੰਗੀ ਫਸਲ ਆ,
ਤੇ ਜਿਹੜੀ ਥ੍ਰੈਸ਼ਿੰਗ ਆ ਬਹੁਤ ਵਧੀਆ ਹੋਵੇ, ਘੱਟ ਦਾਣਾ ਜਿਹੜਾ ਟੁੱਟੇ ਉਹ ਵੀ ਥ੍ਰੈਸ਼ ਜਿਹੜਾ ਅਸੀਂ ਪ੍ਰਬੰਧ ਕਰਤਾ। ਇਹ ਸਾਰਾ ਜੋ ਹੈ ਆਪਾਂ ਬੈਠ ਕੇ ਚੀਫ ਸਾਹਿਬ ਜੋ ਸਾਡੇ ਸ਼ੀਨਾ ਸਾਹਿਬ ਨੇ ਉਹਨਾਂ ਨਾਲ ਸਾਰੀ ਸਲਾਹ ਕਰਕੇ, ਯੂਨੀਵਰਸਿਟੀ ਦੇ ਮਾਹਿਰਾਂ ਨਾਲ ਸਲਾਹ ਕਰਕੇ ਅਸੀਂ ਸਾਰੇ ਜਿਹੜੇ ਪਲਾਂਟਰ ਜਿਹੜਾ ਬਣਾ ਕੇ ਇਸ ਵਾਰ ਜੋ ਲੋਕਲ ਫਰਮਾਂ ਨੇ, ਇੱਕ ਇੱਥੇ ਵਡਾਲਾ ਜੌਲ ਆ, ਇੱਕ ਇੱਥੇ ਗਹਿਰੀ ਮੰਡੀ ਆ, ਉਹਨਾਂ ਨੂੰ ਅਸੀਂ ਦਿੱਤਾ ਸੀ ਡਿਜ਼ਾਈਨ, ਉਹਨਾਂ ਬਣਾ ਕੇ ਤਿਆਰ ਕਰ ਦਿੱਤਾ। ਤੇ ਉਹਦੇ ਲਈ ਅਸੀਂ 4 ਫਸਲਾਂ ਜਿਹੜਾ ਮਲਟੀ ਕ੍ਰੌਪ ਪਲਾਂਟਰ ਜਿਹੜੇ ਹੁੰਦੇ ਆ, ਜਿਹਦੇ ਵਿੱਚ ਅਸੀਂ ਭਿੰਡੀ ਬੀਜ ਸਕਦੇ ਹਾਂ, ਸੇਮ ਫਲੀ ਦੀ ਵੀ ਫਸਲ ਬੀਜ ਸਕਦੇ, ਪਲੇਟ ਚੇਂਜ ਕਰਨੀ ਹੁੰਦੀ ਆ। ਹੁਣ ਇਹ ਅਸੀਂ ਜਿਹੜੇ ਰਾਜਮਾਂਹ ਦੀ ਫਸਲ ਵਾਸਤੇ ਸਪੈਸ਼ਲ ਇੱਕ ਪਲੇਟ ਚੇਂਜ ਬਣਾਈ ਆ, ਜਿਹੜੀ ਮੂੰਗਫਲੀ ਦੀ ਮਸ਼ੀਨ ਵੇਖ ਕੇ ਉੱਥੇ ਪੀਏਯੂ ਲੁਧਿਆਣਾ ਯੂਨੀਵਰਸਿਟੀ ਫਾਰਮ ਪਾਵਰ ਮਸ਼ੀਨਰੀ ਦੇ ਉੱਥੋਂ ਆਪਾਂ ਡਿਜ਼ਾਈਨ ਕੀਤੀ ਸੀ, ਵੇਖੀ। ਫਿਰ ਮਟਰਾਂ ਦੀ ਵੀ ਦੇਖੀ, ਉਹਦੇ ਇਨ ਬਿਟਵੀਨ ਜਿਹੜੀ ਫਸਲ ਆਪਣਾ ਜਿਹੜੀ ਡਿਜ਼ਾਈਨ ਕੀਤੀ ਆ, ਉਹਨੇ ਬਹੁਤ ਹੀ ਸਕਸੈਸਫੁਲੀ ਜਿਹੜਾ ਵਾ ਇੱਥੇ ਕੰਮ ਕੀਤਾ ਵਾ। ਦੇਸ਼ਪਾਲ ਸਿੰਘ ਹੁਣਾਂ ਦਾ ਫਾਰਮ 'ਤੇ ਆਏ ਆ, ਔਰ ਇਹਨਾਂ ਨੇ ਇੱਥੇ ਜਿਹੜੀ ਆ ਉਹਦੇ ਨਾਲ 1.25 ਫੁੱਟ ਦੇ ਉੱਤੇ 15 ਇੰਚ ਤੇ 1.5 ਫੁੱਟ ਰੰਧਾਵਾ ਸਾਹਿਬ ਦੇ ਜੋ ਫਾਰਮਰ ਮਾਨਾ ਵਾਲੇ, ਉੱਥੇ 1.5 ਫੁੱਟ ਦੇ ਉੱਤੇ ਅਸੀਂ 2 ਲੇਨਾਂ ਦੇ ਵਿੱਚ ਇਹ ਬਿਜਾਈ ਕੀਤੀ। ਸੋ ਮਸ਼ੀਨੀਕਰਨ ਨਾਲ ਵੀ ਰਾਜਮਾ ਦੀ ਖੇਤੀ ਨੂੰ ਜੋੜਿਆ ਜਾ ਰਿਹਾ ਹੈ, ਚੰਗੀ ਗੱਲ ਹੈ। ਡਾਕਟਰ ਪਰਮਜੀਤ ਸਿੰਘ ਜੀ, ਤੁਸੀਂ ਕੀਟ ਵਿਗਿਆਨੀ, ਔਰ ਦੇਖੋ ਹੁਣ ਬੜਾ ਇਹ ਤੁਹਾਡਾ ਹੁਣ ਬੜਾ ਰੋਲ ਬਣ ਜਾਂਦਾ ਜਦੋਂ ਆਪਾਂ ਕਣਕ ਦੀ ਫਸਲ ਦੀ ਸਥਿਤੀ ਤੇ ਹੈਗੀ ਏ, ਤੇ ਕਈ ਵਾਰੀ ਸਮੱਸਿਆਵਾਂ ਜਿਹੜੀਆਂ ਉਹ ਕਾਫੀ ਕੀੜੇ ਮਕੌੜਿਆਂ ਦੀ ਸ਼ਕਲਾਂ 'ਚ ਆ ਜਾਂਦੀਆਂ। ਹੋਰ ਵੀ ਫਸਲਾਂ ਤੁਹਾਡੇ ਜ਼ਿਲ੍ਹੇ 'ਚ ਹੋਣਗੀਆਂ, ਔਰ ਸਾਡੇ ਪੰਜਾਬ ਸੂਬੇ ਦੇ ਕਿਸਾਨ ਵੀ ਜ਼ਰੂਰ ਜਾਣਨਾ ਚਾਹਣਗੇ ਵੀ ਇਹ ਜਿਹੜਾ ਕਣਕ ਦੀ ਫਸਲ ਜਾਂ ਹੋਰ ਫਸਲਾਂ ਦੇ ਉੱਤੇ ਕਿੱਦਾਂ ਦੇ ਉਪਰਾਲੇ ਇਸ ਵਕਤ ਕਰਨ ਦੀ ਜ਼ਰੂਰਤ ਹੈਗੀ ਏ, ਤਾਂ ਕਿ ਫਸਲ ਨੂੰ ਆਪਾਂ ਬਚਾ ਸਕੀਏ ਔਰ ਵਧੀਆ ਝਾੜ ਲੈ ਸਕੀਏ। ਗੁਲਾਟੀ ਜੀ, ਜਿਹੜਾ ਕਿਉਂਕਿ ਸਾਡੇ ਇਲਾਕੇ ਦੀ ਜਿਹੜੀ ਮੇਨ ਫਸਲ ਹੈਗੀ ਐਟ ਪ੍ਰੈਜ਼ੈਂਟ ਉਹ ਕਣਕ ਹੀ ਹੈਗੀ ਹੈ, ਔਰ ਕਣਕ ਦੇ ਵਿੱਚ ਜਿਹੜੀ ਹੈਗੀ ਆ ਇਸ ਸਮੇਂ ਜੇਕਰ ਅਸੀਂ ਸਮੱਸਿਆ ਕਹੀਏ, ਹਾਲੇ ਤੇ ਸਾਨੂੰ ਕੋਈ ਨਜ਼ਰ ਨਹੀਂ ਆਈ। ਸਿਰਫ ਚਗਾਵੇਂ ਬਲਾਕ ਦੇ ਵਿੱਚ ਅਸੀਂ ਪੀਲੀ ਕੁੰਗੀ ਦਾ ਹਮਲਾ ਜਿਹੜਾ ਸੀਗਾ ਉਹ ਵੇਖਿਆ ਸੀਗਾ। ਪੀਲੀ ਕੁੰਗੀ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪੀਲੀ ਕੁੰਗੀ ਕਹਿ ਦਿੰਦੇ ਆ, ਹਲਦੀ ਕਹਿ ਦਿੰਦੇ ਆ, ਯੈਲੋ ਰਸਟ ਕਹਿ ਦਿੰਦੇ ਆ, ਗੱਲ ਇੱਕੋ ਹੀ ਆ। ਸੋ ਪੀਲੀ ਕੁੰਗੀ ਇਹਨਾਂ ਦਿਨਾਂ ਦੇ ਵਿੱਚ ਜਦੋਂ ਰਾਤ ਦਾ ਤਾਪਮਾਨ ਅਸੀਂ ਕਹਿ ਦਈਏ 6 ਤੋਂ 12 ਡਿਗਰੀ ਸੈਂਟੀਗ੍ਰੇਡ ਹੈਗਾ, ਤੇ ਦਿਨ ਦਾ ਤਾਪਮਾਨ ਜਿਹੜਾ ਹੈਗਾ ਉਹ 20 ਦੇ 21-22 ਦੇ ਲਾਗੇ ਚਾਗੇ ਹੋ ਜਾਏ, ਉਦੋਂ ਪੀਲੀ ਕੁੰਗੀ ਜਿਹੜੀ ਹੈਗੀ ਆ ਬਹੁਤ ਛੇਤੀ ਵੱਧਦੀ ਆ ਔਰ ਫਸਲਾਂ ਦੇ ਵਿੱਚ ਆ ਜਾਂਦੀ ਆ। ਸੋ ਸਾਨੂੰ ਖਿਆਲ ਰੱਖਣਾ ਪਏਗਾ, ਜ਼ਿਮੀਂਦਾਰਾਂ ਨੂੰ ਆਪਣੀਆਂ ਪੈਲੀਆਂ ਦੇ ਵਿੱਚ ਜਾਣਾ ਪਏਗਾ। ਜੇਕਰ ਉਹਨਾਂ ਨੂੰ ਇਸ ਤਰ੍ਹਾਂ ਦੇ ਛੋਟੇ-ਛੋਟੇ ਸਪੌਟ ਜਿਹੜੇ ਹੁਣ ਸ਼ੁਰੂ ਹੋਣੇ ਨੇ ਉਹ ਲੱਭਦੇ ਆ, ਤੇ ਫਿਰ ਸਾਨੂੰ ਸਪੌਟ ਟਰੀਟਮੈਂਟ ਕਰਕੇ ਉਸ ਨੂੰ ਉੱਥੇ ਹੀ ਰੋਕਣ ਦੀ ਲੋੜ ਆ, ਤਾਂ ਜੋ ਪੀਲੀ ਕੁੰਗੀ ਅੱਗੇ ਨਾ ਫੈਲ ਸਕੇ। ਸੋ ਚਗਾਵੇਂ ਦੇ ਵਿੱਚ ਜਿੱਥੇ ਅਸੀਂ ਵੇਖੀ ਸੀ, ਸ਼ੀਨਾ ਸਾਹਿਬ ਤੇ ਮੈਂ ਉੱਥੇ ਜਾ ਕੇ ਆਏ ਸੀਗੇ, ਅਸੀਂ ਉੱਥੇ ਜ਼ਿਮੀਂਦਾਰ ਦੇ ਕੋਲ ਆਪ ਸਪਰੇਅ ਕਰਵਾਈ ਹੈ। ਸੋ ਬਾਕੀ ਵੀ ਜ਼ਿਮੀਂਦਾਰਾਂ ਨੂੰ ਮੈਂ ਇਹੀ ਬੇਨਤੀ ਕਰਾਂਗਾ, ਜਿਨ੍ਹਾਂ ਨੂੰ ਵੀ ਆਪਣੇ ਫਸਲ ਦੇ ਵਿੱਚ ਇਸੇ ਤਰ੍ਹਾਂ ਪੱਤਿਆਂ ਦੇ ਉੱਪਰ ਪੀਲੀ ਧਾਰੀਆਂ ਦੇ ਵਿੱਚ ਸੰਤਰੀ ਰੰਗ ਦੇ ਧੱਬੇ ਦਿਖਦੇ ਆ, ਔਰ ਉਹ ਉਂਗਲ ਲਾਇਆ ਤੇ ਹੱਥ ਲਾਇਆ ਤੇ ਉਹ ਧੱਬਿਆਂ ਦਾ ਰੰਗ ਜਿਹੜਾ ਹੈਗਾ, ਉਹ ਜਿਹੜੇ ਸਪੋਰ ਨੇ ਹੱਥਾਂ ਤੇ ਲੱਗਦੇ ਨੇ, ਫਿਰ ਸਪਰੇਅ ਕਰਨੀ ਜਿਹੜੀ ਹੈਗੀ ਆ ਲਾਜ਼ਮੀ ਆ, ਰੋਕਣਾ ਲਾਜ਼ਮੀ ਆ। ਨਹੀਂ ਤੇ ਦੇਖਣ ਨੂੰ ਫਸਲ ਨਾਰਮਲ ਲੱਗਦੀ ਆ, ਪਰ ਜਦੋਂ ਝਾੜ ਨਿਕਲਦਾ ਉਦੋਂ ਝਾੜ ਕਾਫੀ ਘਟ ਜਾਂਦਾ। ਸੋ ਉਹਦੇ ਵਾਸਤੇ 2 ਜਿਹੜੇ ਹੈਗੇ ਆ ਸਿਫਾਰਿਸ਼ ਜਿਹੜੀਆਂ ਤੁਹਾਨੂੰ ਉਹ ਦੱਸਾਂਗੇ। ਉਹਦੇ ਵਾਸਤੇ ਟਿਲਟ ਹੈ, ਸ਼ਾਈਨ ਹੈ, ਬੰਪਰ ਹੈ, 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ। ਜੇ ਇਹ ਦਵਾਈਆਂ ਜਾਂ ਖੇਤੀ ਜ਼ਹਿਰ ਜਾਂ ਰਸਾਇਣ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨਹੀਂ ਮਿਲਦੇ, ਫਿਰ ਫੋਲੀਕਰ ਨਾਂ ਦਾ ਇੱਕ ਰਸਾਇਣ ਆਉਂਦਾ, ਉਹ ਵੀ 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ ਅਸੀਂ ਸਿਫਾਰਿਸ਼ ਕਰਦੇ ਹਾਂ। 200 ਲੀਟਰ ਪਾਣੀ ਤੇ ਮੈਂ ਤਾਂ ਜ਼ੋਰ ਦਿੱਤਾ ਕਿ ਜਿੰਨਾ ਚਿਰ ਤੱਕ ਖਾਸ ਤੌਰ ਤੇ ਬਿਮਾਰੀਆਂ ਦੇ ਵਿੱਚ ਪਾਣੀ ਅਸੀਂ ਜ਼ਿਆਦਾ ਨਹੀਂ ਲਾਵਾਂਗੇ, ਉਹਨਾਂ ਚਿਰ ਤੱਕ ਜਿਹੜਾ ਰਸਾਇਣ ਆ ਉਹਦੀ ਐਫੀਕੇਸੀ ਪੂਰੀ ਤਰ੍ਹਾਂ ਨਹੀਂ ਮਿਲਦੀ। ਆਮ ਤੌਰ ਤੇ ਜ਼ਿਮੀਂਦਾਰ ਦੀ ਧਾਰਨਾ ਬੱਝੀ ਆ ਕਿ 3 ਢੋਲੀਆਂ ਲਾ ਲੀਆਂ, 4 ਢੋਲੀਆਂ ਲਾ ਲੀਆਂ, 80 ਲੀਟਰ ਪਾਣੀ ਸਪਰੇਅ ਕਰਤਾ, ਉਹਦੇ ਨਾਲ ਪੀਲੀ ਕੁੰਗੀ ਜਿਹੜੀ ਹੈਗੀ ਆ ਰੁਕ ਜਾਂਦੀ। ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ। ਸੋ ਪਾਣੀ ਦੀ ਮਹੱਤਤਾ ਇੱਥੇ ਬਹੁਤ ਹੀ ਜ਼ਿਆਦਾ ਹੈ। 200 ਲੀਟਰ ਪਾਣੀ, 200 ml ਦਵਾਈ, ਟਿਲਟ ਜਾਂ ਫੋਲੀਕਰ। ਸੋ ਪਾਣੀ ਦਾ ਆਪਾਂ ਖਿਆਲ ਰੱਖ ਕੇ ਔਰ ਸਪਰੇਅ ਵਧੀਆ ਢੰਗ ਨਾਲ ਕਰਨੀ ਹੈ। ਸ਼ੀਨਾ ਸਾਹਿਬ, ਇਹ ਜਿਹੜੀ ਦਵਾਈ ਗੱਲ ਕੀਤੀ ਇਹਨਾਂ ਨੇ ਪੀਲੀ ਕੁੰਗੀ ਦੀ, ਇਹ ਤੁਹਾਡੇ ਵਿਭਾਗ ਕੋਲ ਵੀ ਪੁੱਜ ਚੁੱਕੀ ਹੋਏਗੀ? ਜੇ ਪੁੱਜ ਚੁੱਕੀ ਹੈ ਤੇ ਤੁਸੀਂ ਕਿਸਾਨਾਂ ਨੂੰ ਦੇ ਰਹੇ ਹੋ ਦਵਾਈਆਂ? ਹਾਂਜੀ, ਇਹ ਦਵਾਈ ਜਿਹੜੀ ਆ ਸਾਡੇ ਬਲਾਕ ਦਫ਼ਤਰਾਂ ਦੇ ਵਿੱਚ ਮੌਜੂਦ ਆ, ਤੇ 50% ਸਬਸਿਡੀ ਤੇ ਅਸੀਂ ਕਿਸਾਨਾਂ ਨੂੰ ਦੇ ਰਹੇ ਹਾਂ। ਤੇ ਉਹਦੀਆਂ ਕੀ ਫਾਰਮੈਲਿਟੀਆਂ ਨੇ? ਕਿਸਾਨ ਨੂੰ ਕੀ ਨਾਲ ਕੋਈ ਫਾਰਮ ਫੂਰਮ ਭਰਨਾ ਪੈਂਦਾ, ਕੋਈ ਨਾਲ ਫਰਦ ਵਗੈਰਾ? ਕਾਫੀ ਦੇਖੋ ਉਪਰਾਲੇ ਜਿਹੜੇ ਨੇ ਵਿਭਾਗ ਦੇ ਤੌਰ 'ਤੇ ਚੱਲਦੇ ਰਹਿੰਦੇ ਨੇ, ਕਿੱਦਾਂ ਦੇ ਤੁਸੀਂ ਉਪਰਾਲੇ ਕੀਤੇ ਨੇ ਤਾਂ ਕਿ ਕਿਸਾਨ ਆਵੇ ਤੇ ਨਾਲ ਹੀ ਦਵਾਈ ਮਿਲ ਜਾਏ ਉਹਨੂੰ? ਇਹਦੇ ਕੋਈ ਫਾਰਮੈਲਿਟੀਆਂ ਬਹੁਤ ਸਿੰਪਲ ਨੇ, ਜਿਹਦੇ ਅਸੀਂ ਤੇ ਇਹੀ ਫਾਰਮਰ ਨੂੰ ਕਿਹਾ ਵਾ ਵੀ ਜਿਹਦੇ ਖੇਤ ਦੇ ਵਿੱਚ ਉਹਨੂੰ ਕੋਈ ਇਸ ਤਰ੍ਹਾਂ ਦਾ ਲੱਗਦਾ, ਸਾਡਾ ਜਿਹੜਾ ਨਜ਼ਦੀਕੀ ਸਾਡਾ ਕੋਈ ਖੇਤੀਬਾੜੀ ਦਾ ਦਫ਼ਤਰ ਆ, ਜਿੱਥੇ ਕੋਈ ਸਾਡਾ ਐਗਰੀਕਲਚਰ ਡਿਵੈਲਪਮੈਂਟ ਅਫਸਰ ਆ, ਜਾਂ ਸਾਡਾ ਬਲਾਕ ਐਗਰੀਕਲਚਰ ਅਫਸਰ ਆ, ਜਾਂ ਸਾਡਾ ਹੈੱਡਕੁਆਟਰ ਤੇ ਆਫਿਸਰ ਆ, ਸਾਡੇ ਨਾਲ ਕੰਟੈਕਟ ਕੀਤਾ ਜਾਵੇ। ਸਾਡਾ ਸਟਾਫ ਜਾ ਕੇ ਫਿਰ ਉਹ ਨਾਲ ਯੂਨੀਵਰਸਿਟੀ ਦੀ ਟੀਮ ਦੇ ਨਾਲ ਅਸੀਂ ਜਾ ਕੇ ਉਹਨੂੰ ਆਪਣਾ ਡਿਟੈਕਟ ਕਰਕੇ ਦੱਸ ਦਿੰਦੇ ਹਾਂ ਵੀ ਜੇ ਤੇ ਐਕਚੁਅਲ ਉੱਥੇ ਲੋੜ ਆ, ਤੇ ਫਾਰਮਰ ਸਿੰਪਲ ਸਾਨੂੰ ਐਪਲੀਕੇਸ਼ਨ ਦੇ ਦਿੰਦਾ, ਤੇ ਉਹਦੇ ਤੇ ਸਾਡਾ ਬਲਾਕ ਅਫਸਰ ਜਾਂ ਸਾਡਾ ਐਗਰੀਕਲਚਰ ਡਿਵੈਲਪਮੈਂਟ ਅਫਸਰ ਆ ਜਿਹੜਾ ਦਵਾਈ ਫਾਰਮਰ ਨੂੰ ਦੇ ਦਿੰਦਾ। ਸੋ ਦਵਾਈ ਉਦੋਂ ਹੀ ਸਪਰੇਅ ਕਰਨੀ ਜਿਸ ਤਰ੍ਹਾਂ ਪਰਮਜੀਤ ਸਿੰਘ ਨੇ ਕਿਹਾ ਕਿ ਜਦੋਂ ਬਿਮਾਰੀ ਖੇਤਾਂ 'ਚ ਆਵੇ ਉਦੋਂ ਹੀ ਦਵਾਈ ਦਾ ਸਪਰੇਅ ਕਰਨਾ ਹੈ। ਹਾਂਜੀ ਬਿਲਕੁਲ, ਉਦੋਂ ਹੀ ਕਰਨਾ ਚਾਹੀਦਾ, ਨਹੀਂ ਤੇ ਮਨੀ ਦੀ ਵੇਸਟੇਜ ਹੋਵੇਗੀ।
ਬਿਲਕੁਲ ਜੀ, ਖਰਚੇ ਵੀ ਆਪਾਂ ਨੂੰ ਬਚਾਉਣੇ ਚਾਹੀਦੇ ਨੇ। ਸੋ ਇਹ ਸਾਰੇ ਮਾਹਿਰ ਨੇ ਔਰ ਨਾਲ ਕਿਸਾਨ ਵੀ ਸਾਡੇ ਕੋਲ ਹੈਗੇ ਨੇ। ਮੈਂ ਚਾਹਾਂਗਾ ਕਿਸਾਨ ਵੀ ਕੋਈ ਸਵਾਲ ਔਰ ਆਪਣਾ ਸੁਝਾਅ ਸਾਡੇ ਨਾਲ ਜ਼ਰੂਰ ਸਾਂਝਾ ਕਰਨ। ਤੁਸੀਂ ਸਿੰਘ ਸਾਹਿਬ ਆਜੋ ਲਾਗੇ, ਆਜੋ। ਤੁਸੀਂ ਵੀ ਇਸ ਇਲਾਕੇ ਦੇ ਰਹਿਣ ਵਾਲੇ ਹੋ? ਹਾਂਜੀ। ਕਿੰਨੀ ਕੁ ਖੇਤੀ ਆਪਣੀ? ਅੱਛਾ, ਸਰਪੰਚ ਸਾਹਿਬ ਹੋ ਤੁਸੀਂ? ਕੀ ਬਾਤ ਹੈ, ਕੀ ਫਿਰ ਤਾਂ ਸਰਪੰਚ, ਬਤੌਰ ਸਰਪੰਚ ਤੁਹਾਡੀ ਦੇਖੋ, ਕਿਉਂਕਿ ਇਲਾਕੇ ਦੇ ਵਿਕਾਸ ਵਾਸਤੇ ਤੁਹਾਡੀ ਹੋਰ ਜ਼ਿਆਦਾ ਰੋਲ ਵੱਧ ਜਾਂਦਾ। ਤੇ ਜੇ ਗੱਲ ਕਰੀਏ ਆਪਾਂ ਖੇਤੀ ਦੀ, ਕਿੰਨੀ ਕੁ ਖੇਤੀ ਕਰਦੇ ਹੋ? ਮੇਰੇ ਕੋਲ 8 ਕਿੱਲੇ ਆ ਜੀ। ਕਿਹੜੀ ਫਸਲ ਬੀਜੀ ਤੁਸੀਂ? ਪਹਿਲਾਂ ਆਲੂ ਹੀ, ਹੁਣ ਕਣਕ ਸਾਰੀ। ਕਣਕ ਕਿਹੜੀ ਵੈਰਾਈਟੀ ਬੀਜੀ? ਤਿੰਨ ਰੇਟੀਆਂ ਬੀਜੀਆਂ, 1105 ਤੇ 23 ਆਪਣਾ 2967 ਤੇ ਇੱਕ 152 ਸ੍ਰੀ ਰਾਮ 152। ਇਹ ਸਾਰਾ ਜਿਹੜਾ ਬੀ ਤੁਸੀਂ ਜਿਹੜੇ ਤਸਦੀਕਸ਼ੁਦਾ ਕਿਸਮਾਂ ਹੈਗੀਆਂ, ਇਹ ਤੁਸੀਂ ਮਹਿਕਮੇ ਕੋਲ ਲਿਆ ਹੋਏਗਾ? ਹਾਂਜੀ, ਮਹਿਕਮੇ ਕੋਲ ਲਿਆ ਬਲਾਕ ਤੋਂ। ਅੱਛਾ, ਹੁਣ ਇਹ ਦੱਸੋ ਕਿ ਆਪਾਂ ਕਣਕ ਦੀ ਜੇਕਰ ਗੱਲ ਕਰੀਏ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਵੀ ਕਣਕ ਵੱਲ ਗੇੜਾ ਮਾਰਨ ਦੀ ਬੜੀ ਜ਼ਰੂਰਤ ਹੈ। ਆਮ ਤੌਰ ਤੇ ਕਈ ਵਾਰੀ ਸਾਡੇ ਕਿਸਾਨ ਘੌਲ ਕਰ ਜਾਂਦੇ ਨੇ, ਤੇ ਤੁਸੀਂ ਸਰਪੰਚ ਹੋ, ਸਰਪੰਚ ਦਰ ਤੇ ਤਾਂ ਹੋਰ ਵੀ ਬੜੇ ਕੰਮਕਾਰ ਹੋਣੇ ਨੇ, ਖੇਤਾਂ 'ਚ ਗੇੜਾ ਮਾਰ ਦਿਓ, ਕਣਕ ਤੁਹਾਡੀ ਠੀਕ ਹੈ, ਕੋਈ ਸਮੱਸਿਆ ਤਾਂ ਨਹੀਂ ਹੈ? ਕਿਉਂਕਿ ਤੇਲ ਹੈਗਾ, ਤੇਲ ਸ਼ਿਕਾਇਤ ਹੈਗੀ ਕਣਕ ਨੂੰ। ਹਾਂਜੀ। ਤੇ ਇਹਦੇ ਵਾਸਤੇ ਕੀਤਾ ਕੋਈ ਇੰਤਜ਼ਾਮ ਤੁਸੀਂ? ਇਹ ਹਾਲੇ ਕੋਈ ਨਹੀਂ ਕੀਤਾ। ਤੇਲੇ ਦੀ ਰੋਕਥਾਮ ਵਾਸਤੇ ਆਪਾਂ ਗੱਲ ਡਾਕਟਰ ਸਾਹਿਬ ਨੂੰ ਪੁੱਛਣੇ ਆ। ਅੱਛਾ, ਹੁਣ ਤੁਹਾਡੇ ਇਸ ਪਿੰਡ ਦੇ ਵਿੱਚ ਰਾਜਮਾ ਦਾ ਵੀ ਤਜਰਬਾ ਇੱਕ ਕਿਸਾਨ ਨੇ ਕੀਤਾ ਹੈ, ਕਿਵੇਂ ਵੇਖਦੇ ਹੋ ਤੁਸੀਂ ਇਸ ਤਜਰਬੇ ਨੂੰ? ਅੱਜ ਇਹਨਾਂ ਵੇਖਣ ਆਏ ਜੀ, ਉੱਗੇ ਚੰਗੇ ਠੀਕ ਉੱਗੇ ਆ, ਤੇ ਕਾਂ ਵੀ ਲੋਕੀ ਵੇਖ ਕੇ ਇਹਦੇ ਨਾਲ ਹੋਰ ਕੋਈ ਲਾਉਣਗੇ ਇਹਨਾਂ ਨੂੰ। ਸੋ ਕਿਸੇ ਵੇਲੇ ਦੇਖੋ, ਜੰਮੂ ਦੇ ਰਾਜਮਾ ਬੜੇ ਮਸ਼ਹੂਰ ਸੀਗੇ, ਆਪਣੇ ਜੰਮੂ ਲੱਗੇ ਹੀ ਹੈ, ਜੰਮੂ ਕਸ਼ਮੀਰ ਸਟੇਟ 'ਚ। ਤੇ ਹੁਣ ਹੌਲੀ ਹੌਲੀ ਸਮਾਂ ਆਜੂ ਕਿ ਅੰਮ੍ਰਿਤਸਰ ਦੇ ਰਾਜਮਾ ਵੀ ਮਸ਼ਹੂਰ ਹੋ ਜਾਣਗੇ, ਜੇ ਇਸੇ ਤਰ੍ਹਾਂ ਹੀ ਚੰਗੀ ਕਾਮਯਾਬੀ ਜੇ ਇਸ ਫਸਲ ਨੂੰ ਮਿਲੇ। ਅੱਛਾ, ਇਹਨਾਂ ਤੇਲੇ ਦਾ ਜ਼ਿਕਰ ਕੀਤਾ ਹੈ ਡਾਕਟਰ ਪਰਮਜੀਤ ਸਿੰਘ ਜੀ, ਤੇ ਕਣਕ ਦੀ ਫਸਲ ਦੇ ਉੱਤੇ ਆਉਣ ਦੀ ਸੰਭਾਵਨਾ ਵੀ ਬਣਦੀ ਹੈ, ਤੁਸੀਂ ਆਪ ਹੀ ਫਰਮਾਇਆ ਸੀ। ਕਿੱਦਾਂ ਦੇ ਉਪਰਾਲੇ ਕਰਨ ਜਾਂ ਕਿੱਦਾਂ ਆਪਾਂ ਨੂੰ ਕਰਨਾ ਚਾਹੀਦਾ ਤਾਂ ਕਿ ਇਹ ਜਿਹੜੀ ਕੀੜੇ ਦੀ ਰੋਕਥਾਮ ਕੀਤੀ ਜਾ ਸਕੇ? ਗਲਾਟੀ ਜੀ, ਦਿਨ ਖੁੱਲਣੇ ਸ਼ੁਰੂ ਹੋ ਗਏ, ਕੀੜਿਆਂ ਦਾ ਹਮਲਾ ਵੀ ਹੋਣਾ ਸ਼ੁਰੂ ਹੋ ਗਿਆ। ਸੋ ਕਣਕ ਦੇ ਉੱਪਰ ਤੇਲੇ ਦੀ ਆਮਦ ਸ਼ੁਰੂ ਹੋ ਗਈ। ਆਮ ਤੌਰ ਤੇ ਸਾਨੂੰ ਜ਼ਿਮੀਂਦਾਰਾਂ ਦੇ ਫੋਨ ਵੀ ਆਉਂਦੇ ਆ, ਜ਼ਿਮੀਂਦਾਰ ਸਾਨੂੰ ਆਪ ਮਿਲਣ ਵੀ ਆਉਂਦੇ ਆ, ਕਹਿੰਦੇ ਜੀ ਕਾਲਾ ਤੇਲਾ ਆ ਗਿਆ। ਜਦੋਂ ਤੇਲਾ ਆਉਣਾ ਸ਼ੁਰੂ ਹੁੰਦਾ, ਪਹਿਲੇ ਕਾਲੇ ਰੰਗ ਦਾ ਹੁੰਦਾ, ਮੁੜ ਕੇ ਜਦੋਂ ਕਣਕ ਦੇ ਉੱਪਰ ਹੌਲੀ ਹੌਲੀ ਸੈਟਲ ਹੋ ਜਾਂਦਾ, ਹੌਲੀ ਹੌਲੀ ਉਹ ਹਰੇ ਰੰਗ ਦਾ ਹੋ ਜਾਂਦਾ। ਸੋ ਬਹੁਤਾ ਇਹਦਾ ਹਮਲਾ ਜਿਹੜਾ ਹਰੇ ਰੰਗ ਦਾ ਤੇਲਾ ਬਣ ਜਾਂਦਾ ਜਦੋਂ, ਉਦੋਂ ਸਿੱਟਿਆਂ ਤੇ ਨਜ਼ਰ ਆਉਂਦਾ। ਸੋ ਮੈਂ ਜ਼ਿਮੀਂਦਾਰਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਉਹ ਆਪਣੀ ਪੈਲੀ 'ਚ ਫੇਰ ਉਹੀ ਗੱਲ ਆ ਗਈ ਕਿ ਗੇੜਾ ਮਾਰਦੇ ਰਹਿਣ। ਜਦੋਂ ਉਹਨਾਂ ਨੂੰ ਲੱਗੇ ਕਿ ਪੈਲੀ ਦੇ ਵਿੱਚ ਤੇਲਾ ਹੈਗਾ, ਘਬਰਾਉਣ ਦੀ ਨਹੀਂ ਲੋੜ, ਸਿਰਫ ਫਿਰਨ ਦੀ ਲੋੜ ਹੈ। ਪੈਲੀ ਦੀਆਂ ਚਾਰੇ ਨੁੱਕਰਾਂ ਫਿਰ ਲਓ, 10-10 ਬੂਟੇ ਗਿਣ ਲਓ, ਜੇ ਹਰ ਬੂਟੇ ਦੇ ਉੱਪਰ ਤੁਹਾਨੂੰ 5 ਤੇਲੇ ਨਜ਼ਰ ਆਉਂਦੇ ਆ, ਫੇਰ ਸਪਰੇਅ ਕਰਨੀ ਆ। ਅਦਰਵਾਈਜ਼ ਇਹ ਨਹੀਂ ਹੈਗਾ ਕਿ ਸਾਰੀ ਪੈਲੀ ਦੇ ਵਿੱਚ 4 ਬੂਟਿਆਂ ਤੇ ਤੇਲਾ ਤੇ ਪਿੱਠ ਤੇ ਪੰਪ ਲੱਦ ਲਿਆ ਤੇ ਸਪਰੇਅ ਕਰਨ ਤੁਰ ਪਏ, ਸਾਡਾ ਨੁਕਸਾਨ ਹੋਏਗਾ। ਸੋ ਉਹਨਾਂ ਹਾਲਾਤਾਂ ਦੇ ਵਿੱਚ ਇਹ ਵੇਖ ਲਓ ਕਿ ਹਾਂ ਤੇਲਾ ਹੋ ਗਿਆ, ਕੀੜੇ ਦੀ ਗਿਣਤੀ ਦੇ ਆਧਾਰ ਤੇ ਸਪਰੇਅ ਕਰਨੀ ਹੈ, ਫਿਰ ਸਾਨੂੰ ਰਸਾਇਣ ਵਰਤਣ ਦੀ ਲੋੜ ਆ। ਕਿਹੜੇ ਰਸਾਇਣ ਨੇ? 12 ਗ੍ਰਾਮ ਡੈਂਟੌਪ ਹੈ, ਜਿਹਦੇ 'ਚ ਕੱਚਾ ਮਾਲ ਕਲੋਥੀਆਨਾਡਾਨ ਹੈ। ਜੇਕਰ ਇਹ ਰਸਾਇਣ ਨਹੀਂ ਮਿਲਦਾ ਤਾਂ ਫਿਰ ਕੌਨਫੀਡਰ ਦਵਾਈ ਹੈ 40 ਮਿਲੀਲੀਟਰ, ਜਿਹਦੇ 'ਚ ਕੱਚਾ ਮਾਲ ਇਮੀਡਾਕਲੋਪਰੇਡ ਹੈ। ਜੇਕਰ ਇਹ ਵੀ ਦਵਾਈ ਨਹੀਂ ਮਿਲਦੀ, ਫਿਰ ਇੱਕ ਥਾਈਮੈਥੋਕਸਮ ਕੈਮ ਜਿਹੜਾ ਹੈਗਾ ਉਹ ਆਂਦੀ ਆ, ਉਹਦੀ ਅਸੀਂ 20 ਗ੍ਰਾਮ ਸਿਫਾਰਿਸ਼ ਕਰਦੇ ਹਾਂ। ਮੰਨ ਲਓ ਕਿਸੇ ਸੰਭਾਵਨਾ ਕਰਕੇ ਤਿੰਨੇ ਦਵਾਈਆਂ ਨਹੀਂ ਮਿਲਦੀਆਂ, ਤਿੰਨੇ ਜ਼ਹਿਰ ਨਹੀਂ ਮਿਲਦੇ, ਫਿਰ ਰੋਗਰ ਹੈ, ਮੈਟਾਸਿਸਟੋਕਸ ਹੈ 150 ਮਿਲੀਲੀਟਰ 80 ਤੋਂ 100 ਲੀਟਰ ਪਾਣੀ ਦੇ ਵਿੱਚ। ਇੱਥੇ ਮੈਂ ਤੁਹਾਨੂੰ ਦੁਬਾਰਾ ਦੱਸਣਾ ਚਾਹਾਂਗਾ ਕਿ ਪਹਿਲੇ ਮੈਂ ਜ਼ੋਰ ਦਿੱਤਾ ਸੀ 200 ਲੀਟਰ ਪਾਣੀ ਤੇ। ਉਹ ਉਦੋਂ ਹੈ ਜਦੋਂ ਪੀਲੀ ਕੁੰਗੀ ਹੋਵੇ, ਬਿਮਾਰੀਆਂ ਹੋਣ। ਜੇਕਰ ਤੇਲਾ ਵਾ ਤੇ ਫਿਰ ਅਸੀਂ ਕਹਿੰਦੇ ਹਾਂ ਕਿ 100 ਲੀਟਰ ਪਾਣੀ ਦੇ ਨਾਲ ਜਿਹੜਾ ਹੈਗਾ ਤੁਹਾਡਾ ਸਰ ਸਕਦਾ। 100 ਲੀਟਰ ਪਾਣੀ 'ਚ ਦਵਾਈਆਂ ਘੋਲ ਲਓ, ਕੋਈ ਇੱਕ ਦਵਾਈ ਲੈ ਕੇ ਸਪਰੇਅ ਕਰ ਦਿਓ, ਤੇਲੇ ਦਾ ਜਿਹੜਾ ਹੈਗਾ ਉਹ ਬੜਾ ਵਧੀਆ ਕੰਟਰੋਲ ਹੋ ਸਕਦਾ। ਕਈ ਵਾਰੀ ਸਾਨੂੰ ਜ਼ਿਮੀਂਦਾਰਾਂ ਦਾ ਸਵਾਲ ਆ ਜਾਂਦਾ ਜਾਂ ਜ਼ਿਮੀਂਦਾਰ ਫੋਨ ਕਰਨ ਲੱਗ ਪੈਂਦੇ ਆ ਕਿ ਮੀਂਹ ਜਿਹੜਾ ਹੈਗਾ ਜੀ ਉਹ ਪੈ ਗਿਆ ਜੀ, ਤੇਲੇ ਤੇ ਸਪਰੇਅ ਕਰਨ ਦੀ ਲੋੜ ਹੈਗੀ ਹੈ ਕਿ ਨਹੀਂ ਹੈਗੀ। ਜੇਕਰ ਮੀਂਹ ਪੈ ਗਿਆ, ਪੈਲੀ ਦੀਆਂ ਫਿਰ 4 ਨੁੱਕਰਾਂ ਫਿਰ ਕੇ ਵੇਖ ਲਓ, ਤੇਲਾ ਤਕਰੀਬਨ ਝੜ ਜਾਂਦਾ ਮੀਂਹ ਪਏ ਤੇ। ਔਰ ਜੇਕਰ ਉਹ ਉਹਨਾਂ ਨਹੀਂ ਝੜਦਾ, ਫਿਰ ਸਾਨੂੰ ਸਪਰੇਅ ਕਰਨ ਦੀ ਲੋੜ ਹੈ। ਜਦੋਂ ਦਿਨ ਲੱਗੇ ਉਦੋਂ ਸਪਰੇਅ ਕਰ ਦਈਏ, ਤੇਲੇ ਦਾ ਬੜਾ ਵਧੀਆ ਇਲਾਜ ਕੀਤਾ ਜਾ ਸਕਦਾ। ਬਿਲਕੁਲ, ਧੰਨਵਾਦ ਜੀ। ਸੋ ਤੇਲੇ ਦੀ ਅਗਰ ਸਮੱਸਿਆ ਆਉਣ ਦੀ ਸੰਭਾਵਨਾ ਹੁਣ ਬਣਨ ਦੀ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਦਿਨ ਖੁੱਲ੍ਹਦੇ ਪਏ ਹੈ, ਔਰ ਜੋ ਦਿਨ ਖੁੱਲ੍ਹਦੇ ਨੇ ਤੇ ਕੀੜੇ ਮਕੌੜੇ ਨੂੰ ਵੀ ਜਾਗ ਆ ਜਾਂਦੀ ਹੈ, ਤੇ ਫਿਰ ਆਪਣਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ।